एवरीवन ਵੈਲਕਮ ਟੂ ਮਾਈ ਚੈਨਲ। ਆਪਾਂ ਪ੍ਰੈਜ਼ੈਂਟ ਟੈਂਸ ਕਰ ਰਹੇ ਸੀ, ਉਸ ਦੀਆਂ ਪਹਿਲੀਆਂ ਦੋ ਟਾਈਪਸ ਆਪਾਂ ਡਿਸਕਸ ਕਰ ਚੁੱਕੇ ਹਾਂ, ਸਿੰਪਲ ਪ੍ਰੈਜ਼ੈਂਟ ਟੈਂਸ ਐਂਡ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਸੋ ਆਓ ਅੱਜ ਆਪਾਂ ਉਸ ਦੀ ਥਰਡ ਟਾਈਪ ਸਟਾਰਟ ਕਰਦੇ ਹਾਂ, ਜੋ ਕਿ ਹੈ ਪ੍ਰੈਜ਼ੈਂਟ ਪਰਫੈਕਟ ਟੈਂਸ। ਦੇਖੋ, ਇਸ ਵਿੱਚ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਜਿੱਥੇ ਵੀ ਆਪਾਂ ਨੂੰ ਕਦੇ ਪਰਫੈਕਟ ਵਰਡ ਦਿਖਾਈ ਦਿੰਦਾ ਹੈ, ਜਿੱਥੇ ਵੀ ਆਪਾਂ ਨੂੰ ਪਰਫੈਕਟ ਵਰਡ ਦਿਖਾਈ ਦਿੰਦਾ ਹੈ, ਉਸ ਦਾ ਮੀਨਿੰਗ ਹੈ V3। ਮੀਨਸ ਟੂ ਸੇ ਆਪਾਂ ਵਰਬ ਦੀ ਜੋ ਥਰਡ ਫਾਰਮ ਹੈ, ਤੀਸਰੀ ਫਾਰਮ ਨੂੰ ਆਪਾਂ ਯੂਜ਼ ਕਰਾਂਗੇ ਜਿੱਥੇ ਵੀ ਆਪਾਂ ਨੂੰ ਪਰਫੈਕਟ ਵਰਡ ਦਿਖਾਈ ਦਿੰਦਾ ਹੈ। ਇਸ ਤੋਂ ਪਹਿਲਾਂ ਆਪਾਂ ਕੀਤਾ ਸੀ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਉਸ ਵਿੱਚ ਆਪਾਂ ਕੀ ਕੀਤਾ ਸੀ ਕਿ ਜਿੱਥੇ ਵੀ ਕੰਟੀਨਿਊਸ ਵਰਡ ਦਿਖਾਈ ਦੇਗਾ ਉੱਥੇ ਆਪਾਂ ਵਰਬ ਦੀ ਫਸਟ ਫਾਰਮ ਦੇ ਨਾਲ ING ਯੂਜ਼ ਕਰਦੇ ਹਾਂ। ਤਾਂ ਆਓ ਆਪਾਂ ਸਟਾਰਟ ਕਰਦੇ ਹਾਂ। ਇਸ ਦੀ ਪਹਿਚਾਣ ਹੈ, ਜਦੋਂ ਆਪਾਂ ਟਰਾਂਸਲੇਟ ਕਰਨਾ ਹੈ ਤਾਂ ਪੰਜਾਬੀ ਵਿੱਚ ਇਸ ਦੀ ਪਹਿਚਾਣ ਹੈ ਚੁੱਕਾ ਹੈ। ਵਾਕ ਦੇ ਅੰਤ ਦੇ ਵਿੱਚ ਤੁਹਾਨੂੰ ਚੁੱਕਾ ਹੈ, ਚੁੱਕੀ ਹੈ, ਚੁੱਕੇ ਹਨ, ਚੁੱਕੀਆਂ ਹਨ ਆਦਿ ਦੇਖਣ ਨੂੰ ਮਿਲੇਗਾ। ਤਾਂ ਇਸ ਦਾ ਜੋ ਮੇਨ ਰੂਲ ਹੈ ਆਪਣੇ ਕੋਲ, ਸਿੰਪਲ ਸੈਂਟੈਂਸ ਜਦੋਂ ਵੀ ਆਪਣੇ ਕੋਲ ਆਏਗਾ ਤੇ ਇਹ ਉਸ ਦਾ ਮੇਨ ਰੂਲ ਸਬਜੈਕਟ ਪਲੱਸ ਹੈਲਪਿੰਗ ਵਰਬ ਇਸ ਵਿੱਚ ਆਪਾਂ ਯੂਜ਼ ਕਰਦੇ ਹਾਂ ਹੈਜ਼ ਐਂਡ ਹੈਵ ਪਲੱਸ V3 ਥਰਡ ਫਾਰਮ ਆਫ ਵਰਬ ਪਲੱਸ ਆਬਜੈਕਟ। ਤਾਂ ਇਹ ਇਸ ਦਾ ਮੇਨ ਰੂਲ ਹੈ। ਤਾਂ ਉਹ ਇੱਕ ਐਗਜ਼ਾਮਪਲ ਦੇਖਦੇ ਹਾਂ, ਜਿਵੇਂ ਕਿ ਉਹ ਆਪਣਾ ਕੰਮ ਕਰ ਚੁੱਕਾ ਹੈ। ਦੇਖੋ, ਆਇਡੈਂਟੀਟੀ ਆਪਾਂ ਨੂੰ ਜੋ ਆਪਾਂ ਪਹਿਚਾਣ ਕੀਤੀ ਹੈ ਉਹੀ ਆਪਾਂ ਨੂੰ ਲਾਸਟ ਵਿੱਚ ਦੇਖਣ ਨੂੰ ਮਿਲ ਰਹੀ ਹੈ। ਤਾਂ ਇਸ ਨੂੰ ਆਪਾਂ ਚੇਂਜ ਕਰਦੇ ਹਾਂ। ਆਪਾਂ ਨੂੰ ਲਾਸਟ ਜੋ ਪਤਾ ਚੱਲ ਰਿਹਾ ਕਿ ਇੱਥੇ ਬॉयਜ਼ ਦੀ ਗੱਲ ਹੋ ਰਹੀ ਹੈ, ਇੱਕ ਲੜਕੇ ਦੀ ਬॉय ਦੀ ਗੱਲ ਹੋ ਰਹੀ ਹੈ, ਤਾਂ ਇਸ ਲਈ ਆਪਾਂ ਉਸ ਲਈ ਪ੍ਰੋਨਾਊਨ ਯੂਜ਼ ਕਰ ਰਹੇ ਹਾਂ ਹੀ। ਉਸ ਤੋਂ ਬਾਅਦ ਇੱਥੇ ਜੋ ਹੈਲਪਿੰਗ ਵਰਬ ਆਪਾਂ ਨੂੰ ਗਿਵਨ ਹਨ ਹੈਜ਼ ਐਂਡ ਹੈਵ। ਇਹਨਾਂ ਦਾ ਦੇਖਣਾ ਹੈ ਕਿ ਜੇਕਰ ਤੁਹਾਡਾ ਸਬਜੈਕਟ ਇੱਕ ਵਚਨ ਹੈ, ਮੀਨਸ ਟੂ ਸੇ ਹੀ, ਸ਼ੀ, ਇਟ ਜਾਂ ਕਿਸੇ ਦਾ ਵੀ ਨੇਮ ਆਉਂਦਾ ਹੈ ਤਾਂ ਉਸ ਦੇ ਨਾਲ ਤੁਸੀਂ ਕੀ ਯੂਜ਼ ਕਰੋਗੇ, ਉਸ ਦੇ ਨਾਲ ਤੁਹਾਡੀ ਹੈਲਪਿੰਗ ਵਰਬ ਯੂਜ਼ ਹੋਵੇਗੀ ਹੈਜ਼। ਜਦੋਂ ਵੀ ਤੁਹਾਡਾ ਸਬਜੈਕਟ ਸਿੰਗੂਲਰ ਹੈ, ਜਦੋਂ ਵੀ ਤੁਹਾਡਾ ਸਬਜੈਕਟ ਇੱਕ ਵਚਨ ਦਿੱਤਾ ਹੋਇਆ ਹੈ ਤਾਂ ਉਸ ਨਾਲ ਆਪਾਂ ਯੂਜ਼ ਕਰਾਂਗੇ ਹੈਜ਼। ਉਸ ਤੋਂ ਬਾਅਦ ਹੈ ਜਦੋਂ ਵੀ ਤੁਹਾਡਾ ਸਬਜੈਕਟ ਪਲੂਰਲ ਹੈ, ਮੀਨਸ ਟੂ ਸੇ ਦੇ, ਵੀ, ਆਰ, ਯੂ, ਤਾਂ ਇਸ ਦੇ ਨਾਲ ਆਪਾਂ ਕੀ ਯੂਜ਼ ਕਰਾਂਗੇ, ਜੋ ਆਪਣੇ ਕੋਲ ਦਿੱਤੀ ਹੋਈ ਹੈ ਹੈਲਪਿੰਗ ਵਰਬ ਹੈਵ। ਤਾਂ ਇਹਨਾਂ ਸਭ ਦੇ ਨਾਲ ਕੀ ਯੂਜ਼ ਕੀਤਾ ਜਾਏਗਾ ਹੈਵ। ਜੋ ਇਹ ਤੁਹਾਡੇ ਪ੍ਰੋਨਾਊਨ ਦਿੱਤੇ ਹੋਏ ਹਨ, ਜਦੋਂ ਵੀ ਆਪਣਾ ਸਬਜੈਕਟ ਪਲੂਰਲ ਹੋਏਗਾ ਤਾਂ ਉਸ ਦੇ ਨਾਲ ਆਪਾਂ ਯੂਜ਼ ਕਰਦੇ ਹਾਂ ਹੈਵ। ਤਾਂ ਇਸ ਤੋਂ ਇਲਾਵਾ ਜੋ ਆਪਣੇ ਕੋਲ ਸਬਜੈਕਟ ਅਗਰ ਆਈ ਆਉਂਦਾ ਤਾਂ ਉਸ ਦੇ ਨਾਲ ਆਪਾਂ ਹਮੇਸ਼ਾ ਹੈਵ ਯੂਜ਼ ਕਰਦੇ ਹਾਂ, ਚਾਹੇ ਆਪਾਂ ਇਹਨੂੰ ਐਜ਼ ਏ ਸਿੰਗੂਲਰ ਦੇਖਦੇ ਹਾਂ, ਬਟ ਉਸ ਦੇ ਨਾਲ ਜੋ ਸਬਜੈਕਟ ਯੂਜ਼ ਕੀਤਾ ਜਾਂਦਾ, ਜੋ ਆਪਣੀ ਹੈਲਪਿੰਗ ਵਰਬ ਜਦੋਂ ਵੀ ਸਬਜੈਕਟ ਆਈ ਆਏਗਾ ਤਾਂ ਉਸ ਦੇ ਨਾਲ ਜੋ ਯੂਜ਼ ਕਰਦੇ ਹਾਂ ਉਹ ਹੈ ਆਪਣੀ ਹੈਲਪਿੰਗ ਵਰਬ ਹੈਵ। ਤਾਂ ਉਹ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ, ਉਹ ਆਪਣਾ ਕੰਮ ਕਰ ਚੁੱਕਾ ਹੈ। ਤਾਂ ਉਹ ਲੜਕਾ ਹੈ, ਇਸ ਲਈ ਆਪਾਂ ਯੂਜ਼ ਕਰ ਰਹੇ ਹਾਂ ਹੀ। ਹੀ ਸਿੰਗੂਲਰ ਹੈ ਤਾਂ ਇਸ ਲਈ ਹੈਲਪਿੰਗ ਵਰਬ ਕੀ ਯੂਜ਼ ਕੀਤੀ ਹੋਈ ਹੈ ਹੈਜ਼। ਉਸ ਤੋਂ ਬਾਅਦ ਆਪਾਂ ਪਰਫੈਕਟ ਟੈਂਸ ਵਿੱਚ ਆ, ਆਪਾਂ ਨੂੰ ਆਇਡੈਂਟੀਟੀ ਤੋਂ ਵੀ ਪਤਾ ਚੱਲ ਰਿਹਾ ਵਾਕ ਦੇ ਅੰਤ ਵਿੱਚ ਚੁੱਕਾ ਹੈ, ਅਤੇ ਇਸ ਲਈ ਆਪਾਂ ਕੀ ਯੂਜ਼ ਕਰ ਰਹੇ ਹਾਂ ਵਰਬ ਦੀ ਥਰਡ ਫਾਰਮ। ਤਾਂ ਉਸ ਤੋਂ ਬਾਅਦ ਆਪਣਾ ਕੰਮ ਕਰ ਚੁੱਕਾ ਹੈ, ਅਤੇ ਇਸ ਲਈ ਕੀ ਆਪਣੇ ਕੋਲ ਆਇਆ ਹੋਇਆ ਹੈ ਹਿਜ਼ ਵਰਕ। ਤਾਂ ਉਹ ਆਪਣਾ ਕੰਮ ਕਰ ਚੁੱਕਾ ਹੈ, ਜੇਕਰ ਆਪਾਂ ਇਹਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਦੇ ਹਾਂ ਤਾਂ ਕੀ ਬਣੇਗਾ ਹੀ ਹੈਜ਼ ਡਨ ਹਿਜ਼ ਵਰਕ। ਦੇਖੋ, ਇਹ ਇੰਗਲਿਸ਼ ਟੂ ਪੰਜਾਬੀ ਟਰਾਂਸਲੇਟ ਕਰਨਾ ਇਹ ਆਪਾਂ ਬਾਅਦ ਵਿੱਚ ਕਰਾਂਗੇ। ਅੱਗੇ ਜੋ ਮੈਂ ਟੈਂਸ ਕਰਵਾਵਾਂਗਾ ਪਾਸਟ ਟੈਂਸ ਅਤੇ ਫਿਊਚਰ ਟੈਂਸ, ਉਹਦੇ ਸਿਰਫ ਆਪਾਂ ਰੂਲ ਕਰਾਂਗੇ, ਤੁਹਾਨੂੰ ਪੰਜਾਬੀ ਵਿੱਚ ਉਹਦੀ ਆਇਡੈਂਟੀਟੀ ਜ਼ਰੂਰ ਦੱਸਾਂਗਾ ਮੈਂ, ਬਟ ਇਹ ਟਰਾਂਸਲੇਸ਼ਨ ਜੋ ਆਪਾਂ ਟਰਾਂਸਲੇਟ ਕਰਨਾ ਹੈ ਉਹਦੇ 'ਤੇ ਇੱਕ ਅਲੱਗ ਲੈਕਚਰ ਲੈ ਕੇ ਆਵਾਂਗਾ। ਤਾਂ ਇੱਕ ਵਾਰ ਸਿਰਫ ਤੁਸੀਂ ਰੂਲ ਕਰਨੇ ਹਨ, ਬਿਕੋਜ਼ ਆਪਣੇ ਸਿਲੇਬਸ ਇੰਗਲਿਸ਼ ਦਾ ਜੋ ਸਿਲੇਬਸ ਦਿੱਤਾ ਹੋਇਆ ITT ਕੇਡਰ ਦਾ, ਉਹਦੇ ਵਿੱਚ ਵੋਇਸ ਅਤੇ ਨਰੇਸ਼ਨ ਵੀ ਹਨ। ਤਾਂ ਇਹ ਰੂਲਸ ਉੱਥੇ ਆਪਾਂ ਨੂੰ ਕੰਮ ਆਉਣਗੇ, ਉੱਥੇ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ। ਤਾਂ ਦੇਖੋ, ਜਦੋਂ ਇਸ ਦਾ ਇਹ ਤਾਂ ਸੀ ਸਿੰਪਲ ਸੈਂਟੈਂਸ ਦਾ ਰੂਲ। ਅੱਗੇ ਹੈ ਜਦੋਂ ਆਪਾਂ ਨੈਗੇਟਿਵ ਵਿੱਚ ਲੈ ਕੇ ਜਾਣਾ ਹੈ ਤਾਂ ਨੈਗੇਟਿਵ ਦੀ ਇੱਕ ਪਹਿਚਾਣ ਹੈ ਕਿ ਜਦੋਂ ਵੀ ਹੈਲਪਿੰਗ ਵਰਬ ਗਿਵਨ ਹੈ ਤਾਂ ਉਹ ਹੈਲਪਿੰਗ ਵਰਬ ਦੇ ਨਾਲ ਆਪਾਂ ਕੀ ਯੂਜ਼ ਕਰਦੇ ਹਾਂ ਨੋਟ। ਅਤੇ ਇੱਥੇ ਆਪਣੇ ਕੋਲ ਹੈਲਪਿੰਗ ਵਰਬ ਹੈ ਹੈਜ਼ ਐਂਡ ਹੈਵ, ਤਾਂ ਉਸ ਦੇ ਨਾਲ ਕੀ ਯੂਜ਼ ਕੀਤਾ ਹੋਇਆ ਹੈ ਨੋਟ। ਬਾਕੀ ਸਾਰਾ ਰੂਲ ਸੇਮ ਹੈ, ਵਰਬ ਦੀ ਥਰਡ ਫਾਰਮ ਹੈ ਪਲੱਸ ਕੀ ਦਿੱਤਾ ਹੋਇਆ ਹੈ ਓਬਜੈਕਟ। ਇੱਥੇ ਕੁਐਸਚਨ ਮਾਰਕ ਨਹੀਂ ਆਏਗਾ।
ਉਸ ਤੋਂ ਬਾਅਦ ਹੈ ਤੁਹਾਡੇ ਕੋਲ ਇੰਟੈਰੋਗੇਟਿਵ, ਪ੍ਰਸ਼ਨਵਾਚਕ ਹੈ। ਤਾਂ ਇੰਟੈਰੋਗੇਟਿਵ ਦੀ ਪਹਿਚਾਣ ਹੈ ਕਿ ਕੋਈ ਵੀ ਹੈਲਪਿੰਗ ਵਰਬ ਜੋ ਹੈ ਉਹ ਆਪਾਂ ਸਬਜੈਕਟ ਤੋਂ ਪਹਿਲਾਂ ਯੂਜ਼ ਕਰਦੇ ਹਾਂ। ਅਤੇ ਇੱਥੇ ਆਪਣੇ ਕੋਲ ਹੈਜ਼ ਔਰ ਹੈਵ ਜੋ ਹੈਲਪਿੰਗ ਵਰਬ ਦਿੱਤੀ ਹੋਈ ਹੈ ਉਹ ਆਪਾਂ ਸਬਜੈਕਟ ਤੋਂ ਪਹਿਲਾਂ ਯੂਜ਼ ਕੀਤੀ ਹੋਈ ਹੈ। ਲਾਸਟ ਵਿੱਚ ਕੀ ਯੂਜ਼ ਕੀਤਾ ਹੋਇਆ ਹੈ? ਕੁਐਸਚਨ ਮਾਰਕ। ਤਾਂ ਇਹ ਤਾਂ ਸੀ ਆਪਣਾ ਪ੍ਰੈਜ਼ੈਂਟ ਪਰਫੈਕਟ ਟੈਂਸ। ਆਓ ਅੱਗੇ ਚੱਲਦੇ ਹਾਂ। ਅੱਗੇ ਹੈ ਆਪਣੇ ਕੋਲ ਲਾਸਟ ਟਾਈਪ। ਦੇਖੋ 4 ਸਬ ਟਾਈਪਸ ਹੁੰਦੀਆਂ ਹਨ, 2 ਆਪਾਂ ਪਹਿਲਾਂ ਕਰ ਚੁੱਕੇ ਹਾਂ, 2 ਰਹਿੰਦੀਆਂ ਸੀ ਜੋ ਆਪਾਂ ਅੱਜ ਕੀਤੀਆਂ ਹਨ। ਤਾਂ ਲਾਸਟ ਟਾਈਪ ਦਿੱਤੀ ਹੋਈ ਹੈ ਪ੍ਰੈਜ਼ੈਂਟ ਟੈਂਸ ਦੀ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ। ਦੇਖੋ ਇੱਥੇ ਦੋਨੋਂ ਵਰਡ ਯੂਜ਼ ਹੋਏ ਹਨ, ਇੱਕ ਤਾਂ ਪਰਫੈਕਟ ਵਰਡ ਵੀ ਹੈ ਅਤੇ ਇੱਕ ਤੁਹਾਡੇ ਕੋਲ ਕੰਟੀਨਿਊਸ ਵਰਡ ਵੀ ਦਿੱਤਾ ਹੋਇਆ ਹੈ। ਤਾਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਜਿੰਨੇ ਵੀ ਟੈਂਸ ਕਰਾਂਗੇ, ਜੋ ਵੀ ਥਰਡ ਟਾਈਪ ਹੋਏਗੀ, ਪਰਫੈਕਟ ਟੈਂਸ ਹੋਏਗਾ, ਤਾਂ ਉਸ ਦੇ ਵਿੱਚ ਜੋ ਹੈਲਪਿੰਗ ਵਰਬ ਯੂਜ਼ ਕਰਦੇ ਹਾਂ ਤਾਂ 4th ਟਾਈਪ ਦੇ ਵਿੱਚ ਸਿਰਫ ਉਸ ਦੇ ਨਾਲ ਬੀਨ ਦੀ ਯੂਜ਼ ਕੀਤਾ ਜਾਂਦਾ। ਦੇਖੋ ਹੈਜ਼ ਔਰ ਹੈਵ ਆਪਾਂ ਪਹਿਲਾਂ ਯੂਜ਼ ਕਰ ਚੁੱਕੇ ਸੀ, ਤਾਂ ਉਹਦੇ ਨਾਲ ਬੀਨ ਯੂਜ਼ ਕੀਤਾ ਜਾਂਦਾ। ਜਿੱਥੇ ਵੀ ਕੰਟੀਨਿਊਸ ਵਰਡ ਆਏਗਾ ਉਸ ਦਾ ਮੀਨਿੰਗ ਕੀ ਹੈ ਕੰਟੀਨਿਊਸ ਵਰਡ ਦਾ, ਕਿ ਆਪਾਂ ਕੀ ਯੂਜ਼ ਕਰਨਾ ਹੈ? ਵਰਬ ਦੀ ਫਸਟ ਫਾਰਮ ਦੇ ਨਾਲ ING। ਤਾਂ ਇਸ ਲਈ ਇੱਥੇ ਕੀ ਯੂਜ਼ ਕੀਤਾ ਗਿਆ? ਵਰਬ ਦੀ ਫਸਟ ਫਾਰਮ ਦੇ ਨਾਲ ING। ਇਸ ਦੀ ਪਹਿਚਾਣ ਕੀ ਹੁੰਦੀ ਹੈ? ਆਓ ਪਹਿਲਾਂ ਪਹਿਚਾਣ ਦੇਖਦੇ ਹਾਂ ਪੰਜਾਬੀ ਵਿੱਚ। ਇਸ ਦੀ ਪਹਿਚਾਣ ਹੈ ਵਾਕ ਦੇ ਅੰਤ ਦੇ ਵਿੱਚ ਤੋ ਰਿਹਾ ਹੈ, ਤੋ ਰਹੀ ਹੈ, ਤੋ ਰਹੇ ਹਨ, ਤੋ ਰਹੀਆਂ ਹਨ। ਦੇਖੋ ਇਹ ਤੋਂ ਵਰਡ ਦਾ ਮੀਨਿੰਗ ਵੈਸੇ ਸਿਰਫ ਇੰਨਾ ਲਿਖਿਆ ਹੁੰਦਾ ਹੈ ਕਈ ਵਾਰ, ਰਿਹਾ ਹੈ, ਰਹੀ ਹੈ। ਇਹਦੇ ਵਿੱਚ ਆਪਾਂ ਨੂੰ ਟਾਈਮ ਵੀ ਗਿਵਨ ਹੁੰਦਾ, ਟਾਈਮ ਵੀ ਦਿੱਤਾ ਹੋਏਗਾ। ਇਸ ਲਈ ਆਪਾਂ ਤੋ ਰਿਹਾ ਹੈ ਕਿ ਉਹ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ, ਇਹ ਵੀ ਦੇਖਦੇ ਹਾਂ। ਅਤੇ ਇਸ ਦਾ ਜੋ ਮੇਨ ਰੂਲ ਹੈ ਸਿੰਪਲ ਸੈਂਟੈਂਸ ਦਾ, ਉਹ ਤੁਹਾਡੇ ਕੋਲ ਹੈ ਸਬਜੈਕਟ ਪਲੱਸ ਹੈਲਪਿੰਗ ਵਰਬ ਯੂਜ਼ ਕਰਦੇ ਹਾਂ ਆਪਾਂ, ਹੈਜ਼ ਬੀਨ, ਹੈਵ ਬੀਨ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਓਬਜੈਕਟ ਆਏਗਾ। ਫਿਰ ਉਸ ਤੋਂ ਬਾਅਦ ਇਸ ਵਿੱਚ ਯੂਜ਼ ਕੀਤੇ ਜਾਂਦੇ ਨੇ ਸਿੰਸ ਅਤੇ ਫੋਰ। ਉਸ ਤੋਂ ਬਾਅਦ ਕੀ ਆਏਗਾ ਆਪਣੇ ਕੋਲ? ਟਾਈਮ। ਸਿੰਸ ਅਤੇ ਫੋਰ ਪਲੱਸ ਕੀ ਆਏਗਾ ਆਪਣੇ ਕੋਲ? ਟਾਈਮ। ਦੇਖੋ ਇਸ ਦਾ ਮੇਨ ਰੂਲ ਹੈ। ਹੁਣ ਆਪਾਂ ਇਹਦੇ ਵਿੱਚ ਬਾਕੀ ਆਪਾਂ ਨੂੰ ਸਾਰਾ ਕਲੀਅਰ ਹੈ ਕਿ ਆਪਣੇ ਕੋਲ ਕੀ ਦਿੱਤਾ ਹੋਇਆ ਹੈ? ਸਬਜੈਕਟ ਦਿੱਤਾ ਹੋਇਆ ਹੈ, ਹੈਲਪਿੰਗ ਵਰਬ ਦਿੱਤੀਆਂ ਹੋਈਆਂ ਨੇ। ਜਦੋਂ ਵੀ ਸਬਜੈਕਟ ਸਿੰਗੂਲਰ ਹੋਏਗਾ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਮੀਨਸ ਟੂ ਸੇ ਹੀ, ਸ਼ੀ, ਇਟ, ਜਾਂ ਕਿਸੇ ਦਾ ਨੇਮ ਆਏਗਾ ਤਾਂ ਉਸ ਸਮੇਂ ਆਪਾਂ ਯੂਜ਼ ਕਰਾਂਗੇ ਹੈਜ਼। ਜੇਕਰ ਆਪਣੇ ਕੋਲ ਸਬਜੈਕਟ ਪਲੂਰਲ ਹੈ, ਇੱਕ ਤੋਂ ਜ਼ਿਆਦਾ ਹੈ, ਤਾਂ ਫਿਰ ਆਪਾਂ ਯੂਜ਼ ਕਰਾਂਗੇ ਹੈਵ। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵਰਡ ਹੈ, ਤਾਂ ਇਸ ਲਈ ਵਰਬ ਦੀ ਫਸਟ ਫਾਰਮ ਦੇ ਨਾਲ ਕੀ ਯੂਜ਼ ਕੀਤਾ ਹੋਇਆ ਹੈ? ING। ਅਤੇ ਲਾਸਟ ਵਿੱਚ ਓਬਜੈਕਟ ਆਇਆ ਹੋਇਆ ਹੈ। ਇਸ ਵਿੱਚ ਜੋ ਆਪਾਂ ਯੂਜ਼ ਕਰਨਾ ਹੈ ਸਿੰਸ ਅਤੇ ਫੋਰ। ਮੇਨ ਆਪਾਂ ਇਹ ਦੇਖਦੇ ਹਾਂ ਕਿ ਇਹ ਕਿੱਥੇ ਯੂਜ਼ ਕਰਨੇ ਆ। ਜੋ ਤੁਹਾਡੇ ਕੋਲ ਫੋਰ ਹੈ, ਇਹ ਯੂਜ਼ ਹੁੰਦਾ ਹੈ ਪੀਰੀਅਡ ਆਫ ਟਾਈਮ ਦੇ ਲਈ, ਪੀਰੀਅਡ ਆਫ ਟਾਈਮ, ਜਾਂ ਪੰਜਾਬੀ ਵਿੱਚ ਕਹਿ ਦਿੰਦੇ ਆਪਾਂ ਅਨਿਸ਼ਚਿਤ ਟਾਈਮ, ਅਨਿਸ਼ਚਿਤ ਟਾਈਮ, ਯਾਨੀ ਕਿ ਜੋ ਸਮਾਂ ਨਿਸ਼ਚਿਤ ਨਹੀਂ ਹੁੰਦਾ। ਪੀਰੀਅਡ ਆਫ ਟਾਈਮ ਇਹ ਆਪਾਂ ਨੂੰ ਦੇਖੋ ਫੋਰ ਨੂੰ ਜਦੋਂ ਆਪਾਂ ਇਸ ਦੀ ਹਿੰਦੀ ਵਿੱਚ ਆਪਾਂ ਇਹਦਾ ਮੀਨਿੰਗ ਦੇਖਦੇ ਹਾਂ ਕੇ ਲੀਏ, ਫੋਰ ਦਾ ਮੀਨਿੰਗ ਕੀ ਬਣਦਾ ਹੈ? ਕੇ ਲੀਏ, ਕਿ ਮੀਨਸ ਟੂ ਸੇ ਉਹ ਜਿਹੜਾ ਕੰਮ ਚੱਲ ਰਿਹਾ ਹੈ ਉਹ ਕਿੰਨੇ ਸਮੇਂ ਲਈ ਕੀਤਾ ਗਿਆ, ਕਦੋਂ ਤੋਂ ਚੱਲ ਰਿਹਾ ਉਹ ਦੱਸਿਆ ਹੋਏਗਾ, ਬਟ ਨਿਸ਼ਚਿਤ ਨਹੀਂ ਹੁੰਦਾ। ਜਿਵੇਂ ਫੋਰ 2 ਆਰ, ਦੇਖੋ ਫੋਰ 2 ਆਰ, ਫੋਰ 2 ਮੰਥ, ਉਹ 2 ਮੰਥ ਦੱਸੇ ਨਹੀਂ ਹੋਏ ਆਪਾਂ ਨੂੰ, ਕੋਈ ਵੀ ਹੋ ਸਕਦੇ ਹਨ, ਜਨਵਰੀ ਹੈ, ਫਰਵਰੀ ਹੈ, ਮਾਰਚ ਹੋ ਸਕਦਾ ਹੈ, ਮਾਰਚ ਅਪ੍ਰੈਲ ਹੋ ਸਕਦੇ ਹਨ। ਇਸ ਲਈ ਇਸ ਵਿੱਚ ਜੋ ਟਾਈਮ ਦੱਸਿਆ ਹੋਇਆ ਹੈ ਉਹ ਨਿਸ਼ਚਿਤ ਨਹੀਂ ਹੁੰਦਾ, ਪੱਕਾ ਟਾਈਮ ਨਹੀਂ ਦੱਸਿਆ ਹੁੰਦਾ ਕਿ ਕਿੱਥੋਂ ਲੈ ਕੇ ਕਿੱਥੋਂ ਤੱਕ ਕੰਮ ਹੋਇਆ। ਤਾਂ ਉਸ ਸਮੇਂ ਆਪਾਂ ਕੀ ਯੂਜ਼ ਕਰਦੇ ਹਾਂ? ਫੋਰ। ਅਤੇ ਜਦੋਂ ਆਪਾਂ ਨੂੰ ਪੁਆਇੰਟ ਆਫ ਟਾਈਮ ਦੀ ਗੱਲ ਹੁੰਦੀ ਹੈ, ਯਾਨੀ ਕਿ ਸਮਾਂ ਨਿਸ਼ਚਿਤ ਹੈ, ਕਿ ਜਿਵੇਂ ਆਪਣੇ ਕੋਲ ਦਿੱਤਾ ਹੋਇਆ ਹੈ ਕਿ ਉਹ 1981 ਤੋਂ ਇੱਥੇ ਰਹਿ ਰਹੇ ਹਨ। ਹੁਣ ਦੇਖੋ ਟਾਈਮ ਨਿਸ਼ਚਿਤ ਹੈ 1981, ਉਹਨਾਂ ਨੇ ਆਪਾਂ ਨੂੰ ਕੀ ਬੋਲਿਆ 1981। ਤਾਂ ਉਸ ਸਮੇਂ ਜਦੋਂ ਵੀ ਟਾਈਮ ਨਿਸ਼ਚਿਤ ਦਿੱਤਾ ਹੋਏਗਾ ਤੁਹਾਡੇ ਕੋਲ ਪੁਆਇੰਟ ਆਫ ਟਾਈਮ, ਤਾਂ ਉਸ ਸਮੇਂ ਆਪਾਂ ਕੀ ਯੂਜ਼ ਕਰਦੇ ਹਾਂ? ਸਿੰਸ। ਬਸ ਇੱਕ ਗੱਲ ਮਾਈਂਡ 'ਚ ਰੱਖਣੀ ਹੈ, ਫੋਰ ਦਾ ਯੂਜ਼ ਕਰਦੇ ਹਾਂ ਆਪਾਂ ਪੀਰੀਅਡ ਆਫ ਟਾਈਮ ਦੇ ਲਈ, ਕਿ ਕਿੰਨਾ ਪੀਰੀਅਡ ਹੈ ਟਾਈਮ ਦਾ ਜੋ ਕੰਮ ਸੀ ਕਿੰਨੇ ਟਾਈਮ ਲਈ ਚੱਲਿਆ। ਸਿੰਸ ਦੇ ਆਪਾਂ ਯੂਜ਼ ਕਰਦੇ ਹਾਂ ਕਿ ਪੁਆਇੰਟ ਆਫ ਟਾਈਮ, ਉਹ ਕੰਮ ਕਦੋਂ ਸ਼ੁਰੂ ਹੋਇਆ ਉਸ ਦਾ ਮੇਨ ਟਾਈਮ ਤੁਹਾਨੂੰ ਦੱਸਿਆ ਹੋਏਗਾ। ਤਾਂ ਉਸ ਤੋਂ ਬਾਅਦ ਇਸ ਦਾ ਨੈਗੇਟਿਵ ਰੂਲ ਤੁਹਾਨੂੰ ਪਤਾ ਹੀ ਹੈ। ਸਿਰਫ ਨੈਗੇਟਿਵ ਵਿੱਚ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਹੈਲਪਿੰਗ ਵਰਬ ਦੇ ਨਾਲ ਨੋਟ ਆਏਗਾ, ਹੈਜ਼ ਤੋਂ ਬਾਅਦ ਆਪਾਂ ਕੀ ਲਗਾਵਾਂਗੇ? ਨੋਟ।
ਬੀਨ ਬਾਅਦ ਵਿੱਚ ਆਏਗਾ। ਹੈਵ ਤੋਂ ਬਾਅਦ ਆਪਾਂ ਕੀ ਲਗਾਵਾਂਗੇ, ਨੋਟ। ਜੋ ਬੀਨ ਦਿੱਤਾ ਹੋਇਆ ਹੈ ਉਹ ਬਾਅਦ ਵਿੱਚ ਆਏਗਾ। ਕਲੀਅਰ ਹੈ ਸਭ ਨੂੰ। ਦੇਖੋ ਨੋਟ ਦੇ ਵਿੱਚ ਸਿਰਫ ਹੈਲਪਿੰਗ ਵਰਬ ਦੇ ਨਾਲ ਨੋਟ ਆਣਾ ਹੈ, ਤਾਂ ਰੂਲ ਕੀ ਬਣੇਗਾ, ਸਬਜੈਕਟ ਪਲੱਸ ਹੈਜ਼ ਨੋਟ ਬੀਨ, ਹੈਵ ਨੋਟ ਬੀਨ ਪਲੱਸ V1 ING ਪਲੱਸ ਓਬਜੈਕਟ ਪਲੱਸ ਸਿੰਸ ਫੋਰ ਪਲੱਸ ਕੀ ਦਿੱਤਾ ਹੋਏਗਾ, ਟਾਈਮ। ਤਾਂ ਇੰਟੈਰੋਗੇਟਿਵ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੰਟੈਰੋਗੇਟਿਵ ਦਾ ਕੀ ਮੀਨਿੰਗ ਹੈ ਕਿ ਹੈਲਪਿੰਗ ਵਰਬ ਜੋ ਹੈ ਆਪਾਂ ਸਬਜੈਕਟ ਤੋਂ ਪਹਿਲਾਂ ਯੂਜ਼ ਕਰਦੇ ਹਾਂ। ਤਾਂ ਇੱਥੇ ਆਪਣੇ ਕੋਲ ਹੈਲਪਿੰਗ ਵਰਬ ਹੈਜ਼ ਤੇ ਹੈਵ ਹਨ, ਤਾਂ ਇਸ ਲਈ ਇੰਟੈਰੋਗੇਟਿਵ ਰੂਲ ਵਿੱਚ ਕੀ ਹੋਏਗਾ, ਹੈਜ਼ ਵੀ ਸਬਜੈਕਟ ਤੋਂ ਪਹਿਲਾਂ ਜਾਏਗਾ, ਹੈਵ ਵੀ ਸਬਜੈਕਟ ਤੋਂ ਪਹਿਲਾਂ ਜਾਏਗਾ, ਤਾਂ ਬਾਕੀ ਸਾਰਾ ਸੇਮ ਹੋਏਗਾ। ਮੀਨਸ ਟੂ ਸੇ ਇੰਟੈਰੋਗੇਟਿਵ ਰੂਲ ਆਪਣਾ ਕੀ ਬਣੇਗਾ, ਹੈਜ਼, ਹੈਵ ਪਲੱਸ ਸਬਜੈਕਟ ਪਲੱਸ ਬੀਨ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਓਬਜੈਕਟ ਪਲੱਸ ਸਿੰਸ ਫੋਰ ਪਲੱਸ ਟਾਈਮ। ਤਾਂ ਉਹ ਇਹ ਮੇਨ ਬਸ ਤੁਸੀਂ ਰੂਲ ਯਾਦ ਰੱਖਣੇ ਹਨ, ਕਿਉਂਕਿ ਆਪਾਂ ਨੂੰ ਜੋ ਅੱਗੇ ਆਪਾਂ ਵੋਇਸ ਤੇ ਨਰੇਸ਼ਨ ਕਰਾਂਗੇ ਉਹਨਾਂ ਵਿੱਚ ਇਹ ਵਾਲੇ ਰੂਲ ਆਪਾਂ ਯੂਜ਼ ਕਰਾਂਗੇ। ਉਹ ਜਦੋਂ ਆਪਾਂ ਉਹ ਡਿਸਕਸ ਕਰਾਂਗੇ ਤਾਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਯੂਜ਼ ਹੋਣੇ ਹਨ, ਕਰਨੇ ਹਨ ਆਪਾਂ ਉੱਥੇ। ਤਾਂ ਇਸ ਦੇਖੋ ਇੱਕ ਐਗਜ਼ਾਮਪਲ ਦੇਖਦੇ ਹਾਂ। ਉਹ ਸਵੇਰ ਤੋਂ ਇਹ ਕਿਤਾਬ ਪੜ੍ਹ ਰਹੇ ਹਨ, ਸਵੇਰ ਤੋਂ ਇਹ ਕਿਤਾਬ ਪੜ੍ਹ ਰਹੇ ਹਨ। ਦੇਖੋ ਮੋਰਨਿੰਗ ਦੀ ਗੱਲ ਕੀਤੀ ਹੋਈ ਹੈ, ਟਾਈਮ ਦੱਸ ਦਿੱਤਾ ਕਿ ਦਿਨ ਦਾ ਕਿਹੜਾ ਟਾਈਮ ਹੈ ਜਦੋਂ ਤੋਂ ਉਹਨਾਂ ਨੇ ਕਿਤਾਬ ਪੜ੍ਹਨੀ ਸ਼ੁਰੂ ਕੀਤੀ, ਨਿਸ਼ਚਿਤ ਟਾਈਮ ਦੱਸਿਆ ਹੋਇਆ ਹੈ। ਦੇ ਹੈਵ ਬੀਨ, ਦੇ ਪਲੂਰਲ ਹੈ ਤੇ ਇਸ ਲਈ ਕੀ ਯੂਜ਼ ਕੀਤਾ ਹੋਇਆ ਹੈ, ਹੈਵ ਬੀਨ। ਰੀਡਿੰਗ ਦਿਸ ਬੁੱਕ ਓਬਜੈਕਟ ਹੋ ਗਿਆ। ਸਿੰਸ ਯੂਜ਼ ਕੀਤਾ ਬਿਕੋਜ਼ ਦਿਨ ਦਾ ਕਿਹੜਾ ਟਾਈਮ ਹੈ ਉਹਨੂੰ ਮੈਂਸ਼ਨ ਕੀਤਾ ਹੋਇਆ, ਨਿਸ਼ਚਿਤ ਸਮੇਂ ਬਾਰੇ ਦੱਸਿਆ ਹੋਇਆ, ਤਾਂ ਇਸ ਲਈ ਆਪਾਂ ਕੀ ਯੂਜ਼ ਕੀਤਾ ਹੈ, ਸਿੰਸ। ਤਾਂ ਹੋਪ ਸੋ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਇਹਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ, ਅਤੇ ਫ੍ਰੀ ਨੋਟਸ ਵੀ ਤੁਹਾਨੂੰ ਆਪਣੇ ETT ਕੇਡਰ ਦਾ ਜੋ ਪੇਪਰ ਹੋਏਗਾ ਉਸ ਤੋਂ 1 ਮੰਥ ਪਹਿਲਾਂ ਸਾਰੇ ਸਬਜੈਕਟਸ ਦੇ ਤੁਹਾਨੂੰ ਨੋਟਸ PDF ਫ੍ਰੀ ਵਿੱਚ ਸੈਂਡ ਕੀਤੀਆਂ ਜਾਣਗੀਆਂ। ਬਟ ਪਹਿਲਾਂ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ। ਜੋ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਟੂ ਵਾਚਿੰਗ ਮਾਈ ਵੀਡੀਓ।